ਗੰਭੀਰ ਸਮੱਸਿਆ ਵੀ ਕਹਿ ਸਕਦੇ ਹਾਂ, ਗਹਿਰੀ ਸੋਚ ਦੀ ਗੱਲ ਵੀ ਹੈ ਕਿਉਂਕਿ ਬਹੁਤ ਜ਼ਿਆਦਾ ਡੀਪ ਰੂਟਡ ਕਨਸਪੀਰੇਸੀ ਚੱਲ ਰਹੀ ਹੈ ਔਰ ਇੰਨਾ ਵੱਡਾ ਸੀਰੀਅਸ ਇਸ਼ੂ ਹੋਏ ਜਿਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਨਾ ਪੁਲਿਸ ਕੋਲ ਹੋਈ, ਨਾ ਪੰਜਾਬ ਦੀ ਸਰਕਾਰ ਨੇ ਕੋਈ ਐਕਸ਼ਨ ਲਿਆ। ਲੋਕਾਂ ਨੂੰ ਇੱਕ ਸੁਚੇਤ ਹੋਣਾ ਦੀ ਲੋੜ ਹੈ ਅੱਜ, ਔਰ ਕਿਉਂਕਿ ਜਿਸ ਵਕਤ ਵੀ ਪੰਜਾਬ ਦੇ ਵਿੱਚ ਇਲੈਕਸ਼ਨਸ ਨੇੜੇ ਆਉਂਦੀ ਹੈ, ਇਹ ਇਹੋ ਜਿਹੇ ਹਾਦਸੇ ਹੋਣੇ ਸ਼ੁਰੂ ਹੋ ਜਾਂਦੇ ਨੇ। ਪਿਛਲੀ ਵਾਰ ਵੀ ਤੁਸੀਂ ਜਾ ਕੇ ਦੇਖੋ, ਮਹਾਰਾਜ ਦੀ ਸਰੂਪਾਂ ਦੀਆਂ ਬੇਦਬੀਆਂ ਵੀ ਇਲੈਕਸ਼ਨਾਂ ਦੇ ਨੇੜੇ ਕੀਤੀਆਂ ਗਈਆਂ। ਤੁਹਾਨੂੰ ਲੱਗਦਾ ਨਹੀਂ ਕਿ ਹਰ ਵਾਰ ਇਲੈਕਸ਼ਨ ਦੇ ਦੌਰਾਨ ਸਾਡੇ ਗੁਰੂ ਘਰਾਂ ਨੂੰ, ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸਿਆਸਤ ਦੇ ਅਖਾੜਾ ਬਣਾ ਕੇ ਉਹਨੂੰ ਵਰਤਿਆ ਜਾਂਦਾ? ਕਾਂਗਰਸ ਦੇ ਕੋਈ ਕੰਮ ਨਹੀਂ ਐਸਾ ਕੀਤਾ ਕਿ ਅਸੀਂ ਉਹਨਾਂ ਦੋਸ਼ੀਆਂ ਨੂੰ ਫੜ ਸਕੀਏ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਦੀ ਹਮਾਇਤ ਕਰਨ ਦੀ ਗੱਲ ਕੀਤੀ ਹੈ, ਕਿਹਾ ਗਿਆ ਕਿ ਉਹਦੇ ਉੱਤੇ ਇਹ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਨੂੰ ਇਸ ਬਾਰੇ, ਗੁਰੂ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਗੁਰੂ ਰਾਮਦਾਸ ਜੀ ਉਸ ਸਥਾਨ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇਸ ਤੇ ਆ ਕੇ ਜਿਸ ਬੰਦੇ ਨੇ ਵੀ ਹਮਲਾ ਕੀਤਾ ਉਹਨੂੰ ਕਦੀ ਬਖਸ਼ਿਆ ਨਹੀਂ ਗਿਆ। ਇਹਨਾਂ ਨੇ ਹਮਲਾ ਕੀਤਾ, ਉਹਦਾ ਬਿਲਕੁਲ ਜੋ ਉੱਥੇ ਦੇ ਸਿੰਘਾਂ ਨੇ ਫੈਸਲਾ ਲਿਆ, ਸਮੁੱਚੀ ਕੌਮ ਉਹਨਾਂ ਨਾਲ ਖੜੀ ਹੈ। 9 ਇਤਿਹਾਸਿਕ ਗੁਰਦੁਆਰੇ ਔਰ ਕਾਫੀ ਹੋਰ ਗੁਰਦੁਆਰੇ ਜਿਹੜੇ ਕਮੇਟੀ ਦੇ ਟਾਚੇ ਚੱਕੇ ਨੇ, ਉਹਨਾਂ ਦੀ ਹੁਣ ਸੁਰੱਖਿਆ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਡੀ ਕਮੇਟੀ? ਗੁਰੂ ਘਰਾਂ ਦੇ ਵਿੱਚ ਜਿਹੜੇ ਸੇਵਾਦਾਰ ਅਸੀਂ ਖੜੇ ਕੀਤੇ ਨੇ, ਪਹਿਲੇ ਅਸੀਂ ਉੱਥੇ ਜਿਹੜੇ ਸਾਡੇ ਸੇਵਾਦਾਰ ਸੀ ਉਹ ਨਿਹੱਥੇ ਖੜੇ ਹੁੰਦੇ ਸੀ, ਮਗਰ ਹੁਣ ਪੂਰੀ ਦੇਗਾ ਦੇ ਨਾਲ ਉੱਤੇ ਖੜੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਨ ਆਫਿਸ ਵਿੱਚ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿੱਲੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਸਾਡੇ ਨਾਲ ਜੁੜੇ ਨੇ। ਫਤਿਹ ਦੀ ਸਾਂਝ ਕਰਨੇ ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ ਦਰਬਾਰ ਸਾਹਿਬ ਔਰ ਕਪੂਰਥਲਾ ਦੇ ਅੰਦਰ, ਤੁਹਾਡਾ ਉਸ ਮਸਲੇ ਦੇ ਉੱਤੇ ਕੀ? ਦੇਖੋ, ਇਹ ਬੜੀ ਗੰਭੀਰ ਸਮੱਸਿਆ ਵੀ ਕਹਿ ਸਕਦੇ ਹਾਂ, ਗਹਿਰੀ ਸੋਚ ਦੀ ਗੱਲ ਵੀ ਹੈ ਕਿਉਂਕਿ ਬਹੁਤ ਜ਼ਿਆਦਾ ਡੀਪ ਰੂਟਡ ਕਨਸਪੀਰੇਸੀ ਚੱਲ ਰਹੀ ਹੈ। ਲਗਾਤਾਰ ਬੇਦਬੀਆਂ ਹੋਣੀਆਂ ਪੰਜਾਬ ਦੇ ਵਿੱਚ। 4 ਦਿਨ ਪਹਿਲੇ ਜਿਸ ਵਕਤ ਦਰਬਾਰ ਸਾਹਿਬ ਇਹ ਹਾਦਸਾ ਹੋਇਆ, ਉਸ ਤੋਂ 4 ਦਿਨ ਪਹਿਲੇ ਗੁਟਕਾ ਸਾਹਿਬ ਦੇ ਅੰਗ ਜਿਹੜੇ ਸਰੋਵਰ ਵਿੱਚ ਮਿਲੇ, ਉੱਥੇ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਔਰ ਇੰਨਾ ਵੱਡਾ ਸੀਰੀਅਸ ਇਸ਼ੂ ਹੋਏ ਜਿਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਨਾ ਪੁਲਿਸ ਕੋਲ ਹੋਈ, ਨਾ ਪੰਜਾਬ ਦੀ ਸਰਕਾਰ ਨੇ ਕੋਈ ਐਕਸ਼ਨ ਲਿਆ। ਸੋ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਦਰਬਾਰ ਸਾਹਿਬ ਦੇ ਵਿੱਚ ਹਾਦਸਾ ਹੋਇਆ ਔਰ ਲੋਕਾਂ ਦਾ ਗੁੱਸਾ ਆਣਾ, ਮੈਂ ਸਮਝਦਾ ਬਿਲਕੁਲ ਜਾਇਜ਼ ਸੀ। ਔਰ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ, ਅੱਗੋਂ ਲੋਕਾਂ ਨੂੰ ਇੱਕ ਸੁਚੇਤ ਹੋਣਾ ਦੀ ਲੋੜ ਹੈ ਅੱਜ, ਔਰ ਕਿਉਂਕਿ ਜਿਸ ਵਕਤ ਵੀ ਪੰਜਾਬ ਦੇ ਵਿੱਚ ਇਲੈਕਸ਼ਨਸ ਨੇੜੇ ਆਉਂਦੀ ਹੈ, ਇਹ ਇਹੋ ਜਿਹੇ ਹਾਦਸੇ ਹੋਣੇ ਸ਼ੁਰੂ ਹੋ ਜਾਂਦੇ ਨੇ। ਪਿਛਲੀ ਵਾਰ ਵੀ ਤੁਸੀਂ ਜਾ ਕੇ ਦੇਖੋ, ਮਹਾਰਾਜ ਦੀ ਸਰੂਪਾਂ ਦੀਆਂ ਬੇਦਬੀਆਂ ਵੀ ਇਲੈਕਸ਼ਨਾਂ ਦੇ ਨੇੜੇ ਕੀਤੀਆਂ ਗਈਆਂ। ਸੋ ਇਹ ਇੱਕ ਬਹੁਤ ਵੱਡੀ ਇੱਕ ਕਨਸਪੀਰੇਸੀ ਹੈ ਕਿ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ ਗੱਲ ਕੀਤੀ ਜਾਂਦੀ ਹੈ, ਧੜੇਬਾਜ਼ੀਆਂ ਨੂੰ ਵੰਡਣ ਦੀ ਗੱਲ ਕੀਤੀ ਜਾਂਦੀ ਹੈ ਔਰ ਜਿਹੜੀਆਂ ਨੇ ਇੱਕ ਦੂਜੀ ਧਿਰਾਂ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਜਾਂਦੀ ਹੈ। ਸੋ ਇਹਦੇ ਉੱਤੇ ਸਰਕਾਰ ਨੂੰ ਬੜੀ ਸੰਜੀਦਗੀ ਦੇ ਨਾਲ ਕੰਮ ਕਰਨਾ ਚਾਹੀਦਾ। ਐਚਪੀਸੀ ਦੇ ਪ੍ਰਧਾਨ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਨੇ ਬਕਾਇਦਾ ਕਮਾਂਡੋ ਟ੍ਰੇਨਿੰਗ ਲੈਵਲ ਦੀ ਹੀ ਇਹ ਪੂਰੀ ਤਿਆਰੀ ਕਰਕੇ ਇਹ ਟੀਮ ਆਈ ਹੈਗੀ ਸੀ। ਤੁਹਾਨੂੰ ਲੱਗਦਾ ਨਹੀਂ ਕਿ ਹਰ ਵਾਰ ਇਲੈਕਸ਼ਨ ਦੇ ਦੌਰਾਨ ਸਾਡੇ ਗੁਰੂ ਘਰਾਂ ਨੂੰ, ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸਿਆਸਤ ਦੇ ਅਖਾੜਾ ਬਣਾ ਕੇ ਉਹਨੂੰ ਵਰਤਿਆ ਜਾਂਦਾ ਹੈ? ਦੇਖੋ, ਬਿਲਕੁਲ ਠੀਕ ਗੱਲ ਹੈ ਕਿ ਸਿਆਸਤ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਰਾਜਨੀਤੀ ਕੀਤੀ ਗਈ, ਪਿਛਲੀਆਂ ਵੀ ਅਗਰ ਅਸੀਂ ਗੱਲਾਂ ਦੇਖੀਏ, ਉਸ ਕਿਸ ਤਰੀਕੇ ਦੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਤਰੀਕੇ ਦੇ ਨਾਲ ਇਸ ਬੇਦਬੀਆਂ ਨੂੰ ਅੰਜਾਮ ਦੇਣ ਦੀ ਗੱਲ ਕੀਤੀ ਗਈ ਔਰ ਉਸ ਤੋਂ ਬਾਅਦ ਸਰਕਾਰਾਂ ਦੇ ਖਿਲਾਫ ਮੋਰਚੇ ਖੋਲੇ ਗਏ ਔਰ ਅੱਜ 5 ਸਾਲ ਹੋ ਗਏ, ਪੌਣੇ 5 ਸਾਲ ਹੋ ਗਏ, ਅਗਲਾ ਮਹੀਨਾ 5 ਸਾਲ ਖਤਮ ਹੀ ਹੋ ਜਾਣੇ। ਕਾਂਗਰਸ ਦੇ ਕੋਈ ਕੰਮ ਨਹੀਂ ਐਸਾ ਕੀਤਾ ਕਿ ਅਸੀਂ ਉਹਨਾਂ ਦੋਸ਼ੀਆਂ ਨੂੰ ਫੜ ਸਕੀਏ। ਸੋ ਮੈਂ ਸਮਝਦਾ ਕਿ ਇਹ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਜਿਹੜੀ ਪੋਲਿਟਿਕਸ ਸ਼ੁਰੂ ਹੁੰਦੀ ਹੈ ਉੱਥੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਔਰ ਗੁਰੂ ਘਰਾਂ ਨੂੰ ਲੈ ਕੇ ਹੁੰਦੀ ਹੈ ਔਰ ਬਹੁਤ ਜ਼ਿਆਦਾ ਇਹ ਸੋਚਣ ਦਾ ਵੀ ਵਿਸ਼ੇ ਔਰ ਬੜਾ ਮੈਂ ਕਹਿ ਸਕਦਾ ਨਮੋਸ਼ੀ ਵਾਲਾ ਵੀ ਵਿਸ਼ੇ। ਕੇਜਰੀਵਾਲ ਦੀ ਜਿਹੜੀ ਟੀਮ ਹੈਗੀ ਹੈ ਪੰਜਾਬੀ 'ਚ ਬਹੁਤ ਵੱਡੇ ਤਰੀਕੇ 'ਤੇ ਕੈਂਪੇਨ ਕਰ ਰਹੀ ਹੈਗੀ ਹੈ। ਭਗਵੰਤ ਮਾਨ ਦੀ ਸਟੇਟਮੈਂਟ ਆਈ ਔਰ ਕੱਲ ਜਿਹੜੇ ਜਰਨੈਲ ਸਿੰਘ ਨੇ ਪੰਜਾਬ ਪ੍ਰਭਾਰੀ, ਉਹਨਾਂ ਨੇ ਕਹਿਣ ਦਾ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਰੋਪ ਲਗਾ ਦਿੱਤਾ ਹੈਗਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸਨ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਕਰਾਈਆਂ। ਉਹਨਾਂ ਨੇ ਅਗਰ ਕਹੀਏ ਤੇ ਨਾਮ ਲਿੱਤਾ ਬਾਦਲ ਪਾਰਟੀ ਦਾ ਔਰ ਕਿਹਾ ਜੀ ਹੁਣ ਵੀ ਤੁਹਾਡੇ ਵੱਲੋਂ ਹੀ, ਮਤਲਬ ਤੁਹਾਡੀ ਪਾਰਟੀ ਦੇ ਵੱਲੋਂ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਇਲਜ਼ਾਮ ਦਾ ਦੌਰ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੂਰੀ ਦੁਨੀਆ ਨੂੰ, ਮਾਨਵਤਾ ਨੂੰ ਸਿਰ ਝੁਕਾਉਣਾ ਚਾਹੀਦਾ, ਸਿਰਫ ਸਿਆਸਤ ਦੇ ਲਈ ਵਰਤ ਲਿਆ ਜਾ ਰਿਹਾ? ਚਾਹੇ ਅਸੀਂ ਕੇਜਰੀਵਾਲ ਦੀ ਗੱਲ ਕਰ ਲਈਏ, ਕਾਂਗਰਸ ਦੀ ਗੱਲ ਕਰ ਲਈਏ, ਕਿਸੇ ਵੀ ਧਿਰ ਦੀ ਗੱਲ ਕਰ ਲਈਏ। ਦੇਖੋ, ਪਹਿਲੀ ਗੱਲ ਤੇ ਸਰਦਾਰ ਜਰਨੈਲ ਸਿੰਘ ਜੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ, ਮੈਂ ਸਮਝਦਾ ਇੱਕ ਬਚਕਾਨਾ ਬਿਆਨ ਹੈ ਕਿਉਂਕਿ ਉਹਨਾਂ ਨੂੰ ਸਿੱਖ ਸਿਆਸਤ ਦੇ ਬਾਰੇ, ਮੈਂ ਸਮਝਦਾ ਕਿ ਉਹਦੇ ਬਾਰੇ ਕੁਝ ਨਹੀਂ ਪਤਾ, ਕਿਉਂਕਿ ਔਰ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਦੇ ਬਾਰੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀਆਂ ਉੱਤੇ ਪਹਿਲੇ ਉਹਨਾਂ ਨੂੰ ਪਿਛੋਕੜ ਜਾਣਨਾ ਚਾਹੀਦਾ। ਅਕਾਲੀ ਦਲ ਦਾ ਕੀ ਪਿਛੋਕੜ ਹੈ, ਅਕਾਲੀ ਦਲ ਕਿਸ ਸੰਘਰਸ਼ ਚੋਂ ਪੈਦਾ ਹੋਇਆ, ਅਕਾਲੀ ਦਲ ਨੇ 100 ਸਾਲ
ਕਿਸ ਕਿਸ ਤਰੀਕੇ ਦੇ ਨਾਲ ਜਦੋਜਹਿਦ ਦੇ ਨਾਲ ਲੜੇ ਨੇ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਸੇਵਾ ਸੰਭਾਲ ਦਾ ਜ਼ਿੰਮੇਵਾਰੀ ਲੈ ਕੇ ਅਕਾਲੀ ਦਲ ਬਣਾਈ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ, ਔਰ ਉਹਦੇ ਉਹਨਾਂ ਦੇ ਪ੍ਰਧਾਨਾਂ ਦੇ ਉੱਤੇ ਤੁਸੀਂ ਅੱਜ ਉਂਗਲ ਉਠਾਉਣਾ, ਮੈਂ ਸਮਝਦਾ ਇੱਕ ਬੜੀ ਹਾਸੋਹੀਣ ਔਰ ਬਚਪਨੇ ਵਾਲੀ ਗੱਲਾਂ ਉਹਨਾਂ ਨੇ ਕੀਤੀਆਂ, ਔਰ ਟੋਟਲ ਤੇ ਟੋਟਲ ਪੋਲਿਟਿਕਸ ਨੂੰ ਪ੍ਰੇਰਿਤ ਹੈਗੀਆਂ ਨੇ। ਜਿੱਥੇ ਤੱਕ ਇਹਨਾਂ ਦੀ ਆਪਣੀ ਸੇਵਾ ਦੀ ਗੱਲ ਹੈ, ਇਹ ਆਮ ਆਦਮੀ ਪਾਰਟੀ ਦਾ ਚਾਹੇ ਉਹ ਕਨਵੀਨਰ ਹੋ ਅਰਵਿੰਦ ਕੇਜਰੀਵਾਲ ਹੋਏ, ਸਰਦਾਰ ਜਰਨੈਲ ਸਿੰਘ ਹੋਣ, ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ, ਉੱਥੇ ਦੇ ਉਸ ਬੰਦੇ ਨੂੰ ਫੜ ਕੇ ਜਿਸ ਤਰੀਕੇ ਦੇ ਨਾਲ ਸੰਗਤ ਨੇ ਸੌਦਾ ਲਾਇਆ, ਉਹਨੂੰ ਉਹਦੇ ਹਮਾਇਤ ਦੇ ਵਿੱਚ ਇਹਨਾਂ ਦਾ ਬਿਆਨ ਤੁਸੀਂ ਲੋਕਾਂ ਨੇ ਆਪ ਦੇਖਿਆ, ਜਿਸ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਰੋਸ਼ ਆਇਆ। ਇੰਟਰਸਟ ਹੋਇਆ ਗੱਲ ਉਹਨਾਂ ਦੇ ਖਿਲਾਫ। ਬਿਲਕੁਲ ਹੋਣਾ ਜਾਇਜ਼ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਦੀ ਹਮਾਇਤ ਕਰਨ ਦੀ ਗੱਲ ਕੀਤੀ ਹੈ, ਕਿਹਾ ਗਿਆ ਕਿ ਉਹਦੇ ਉੱਤੇ ਇਹ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ, ਉਹਨਾਂ ਨੂੰ ਇਸ ਬਾਰੇ ਗੁਰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਗੁਰੂ ਰਾਮਦਾਸ ਜੀ ਉਸ ਸਥਾਨ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇਸ ਤੇ ਆ ਕੇ ਜਿਸ ਬੰਦੇ ਨੇ ਵੀ ਹਮਲਾ ਕੀਤਾ ਉਹਨੂੰ ਕਦੀ ਬਖਸ਼ਿਆ ਨਹੀਂ ਗਿਆ, ਔਰ ਇਹ ਸਿੱਧਾ ਤੇ ਸਿੱਧਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਸਥਾਨ ਦੇ ਉੱਤੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਸਥਾਨ ਦੇ ਉੱਤੇ ਜਿਹੜਾ ਇਹਨਾਂ ਨੇ ਹਮਲਾ ਕੀਤਾ, ਉਹਦਾ ਬਿਲਕੁਲ ਜੋ ਉੱਥੇ ਦੇ ਸਿੰਘਾਂ ਨੇ ਫੈਸਲਾ ਲਿਆ, ਸਮੁੱਚੀ ਕੌਮ ਉਹਨਾਂ ਨਾਲ ਖੜੀ ਹੈ। ਦਿੱਲੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਕਮੇਟੀ ਤੁਹਾਡੇ ਅੰਡਰ ਆਂਦੀ ਹੈ। 9 ਇਤਿਹਾਸਿਕ ਗੁਰਦੁਆਰੇ ਔਰ ਕਾਫੀ ਹੋਰ ਗੁਰਦੁਆਰੇ ਜਿਹੜੇ ਕਮੇਟੀ ਦੇ ਟੱਚ 'ਚ ਹੈਗੇ ਨੇ, ਉਹਨਾਂ ਦੀ ਹੁਣ ਸੁਰੱਖਿਆ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਡੀ ਕਮੇਟੀ ਵੱਲੋਂ? ਦੇਖੋ, ਅਸੀਂ ਜਿਸ ਦਿਨ ਤੋਂ ਇਹ ਹਾਦਸਾ ਹੋਇਆ, ਅਸੀਂ ਉਸ ਤੋਂ ਪਹਿਲੇ ਵੀ, ਕਿਉਂਕਿ ਸਾਨੂੰ ਪਤਾ ਹੈ ਕਿ ਇਹ ਫੰਕਸ਼ਨਸ ਦੇ ਦਿਨ ਜਿਸ ਵਕਤ ਗੁਰਪੁਰਬਾਂ ਦੇ ਨੇੜੇ ਆ ਜਾਂਦੇ ਆ, ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਆ, ਸੰਗਤਾਂ ਦੇ ਸਰਦੀਆਂ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਗੁਰੂ ਘਰਾਂ 'ਚ ਆ ਜਾਂਦੀ ਹੈ, ਅਤੇ ਅਸੀਂ ਆਲਰੇਡੀ ਉਹਦੇ ਉੱਤੇ ਪਹਿਲੇ ਹੀ ਆਪਣੀ ਜਿਹੜੀ ਸਾਡੀ ਟਾਸਕ ਫੋਰਸ ਹੈ, ਸਾਡੇ ਸੇਵਾਦਾਰਾਂ ਦੀਆਂ ਜਿਹੜੀਆਂ ਫੋਰਸਾਂ ਨੇ, ਉਹਨਾਂ ਨੂੰ ਵਿਜੂਲਾਈਜ਼ ਕੀਤਾ ਹੋਇਆ, ਉਹਨਾਂ ਨੂੰ ਬਿਲਕੁਲ ਸੁਚੇਤ ਕੀਤਾ ਹੋਇਆ ਕਿ ਤੁਸੀਂ ਉਸ ਦੇ ਉੱਤੇ ਪਹਿਰਾ ਦੇਣਾ। ਔਰ ਅੱਜ ਵੀ ਇਹਦੇ ਉੱਤੇ ਮੀਟਿੰਗ ਲਈ ਗਈ ਹੈ, ਔਰ 4 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਹੜੀ ਸਾਰੇ ਗੁਰਦੁਆਰੇ ਜਾ ਕੇ ਜਿਹੜਾ ਸਿਕਿਉਰਿਟੀ ਲੈਪਸ ਜਿੱਥੋਂ ਨਜ਼ਰ ਆ ਰਹੇ ਨੇ, ਜਿੱਥੇ ਉਹਨਾਂ ਨੂੰ ਬਲੈਕ ਪੁਆਇੰਟਸ ਨਜ਼ਰ ਆ ਰਹੇ ਨੇ, ਜਿੱਥੋਂ ਕੈਮਰਾਸ ਨਹੀਂ ਚੱਲ ਸਕਦੇ, ਉਹ ਸਾਰੀਆਂ ਦਾ ਜਾਇਜ਼ਾ ਲੈ ਕੇ 2 ਦਿਨਾਂ ਦੇ ਵਿੱਚ ਅਸੀਂ ਉਹ ਵੀ ਸਾਰੇ ਕਵਰ ਅਪ ਕਰਾਂਗੇ। ਔਰ ਇਸ ਤਰੀਕੇ ਦੇ ਨਾਲ ਗੁਰੂ ਘਰਾਂ ਦੇ ਵਿੱਚ ਜਿਹੜੇ ਸੇਵਾਦਾਰ ਅਸੀਂ ਖੜੇ ਕੀਤੇ ਨੇ, ਪਹਿਲੇ ਅਸੀਂ ਉੱਥੇ ਜਿਹੜੇ ਸਾਡੇ ਸੇਵਾਦਾਰ ਸੀ ਉਹ ਨਿਹੱਥੇ ਖੜੇ ਹੁੰਦੇ ਸੀ, ਮਗਰ ਹੁਣ ਪੂਰੀ ਦੇਗਾ ਦੇ ਨਾਲ ਉੱਤੇ ਖੜੇ ਹੋਣਗੇ। ਔਰ ਇਸ ਗੱਲ ਦਾ ਸੰਗਿਆਨ ਲਿਆ ਗਿਆ ਕਿ ਗੁਰੂ ਮਹਾਰਾਜ ਦੀਆਂ, ਕਿਉਂਕਿ ਇਹ ਜੋ ਮਾਹੌਲ ਨਜ਼ਰ ਆ ਰਿਹਾ ਹੈ, ਜਿਸ ਤਰੀਕੇ ਦੇ ਨਾਲ ਸਰਕਾਰਾਂ ਦੀਆਂ ਇੰਟਰਫੇਰੈਂਸ ਹੋ ਰਹੀਆਂ, ਜਿਸ ਤਰੀਕੇ ਦੇ ਨਾਲ ਏਜੰਸੀਆਂ ਇਹ ਕੰਮ ਕਰਾ ਰਹੀਆਂ, ਸਾਨੂੰ ਇਸ ਗੱਲ ਤੇ ਬਿਲਕੁਲ ਪਹਿਰਾ ਦੇਣਾ ਪਏਗਾ ਕਿ ਇਸ ਸੁਰੱਖਿਆ ਸਾਨੂੰ ਆਪਣੇ ਆਪ ਹੀ ਕਰਨੀ ਪਏਗੀ। ਇੱਕ ਹੋਰ ਮਸਲਾ ਪਿਛਲੇ ਦਿਨਾਂ ਦਿੱਲੀ 'ਚ ਦੇਖਿਆ ਗਿਆ, ਇਸੀ ਮਹੀਨੇ ਦੇ ਪਹਿਲੇ ਹਫਤੇ ਦੇ ਅੰਦਰ ਤਿਹਾੜ ਜੇਲ੍ਹ ਦੇ ਅੰਦਰ 2 ਦਿਨ ਦਾ ਗੈਪ ਆ ਕੇ 2 ਸਿੱਖਾਂ ਦੀ ਜਿਹੜੇ ਮੌਤ ਦੀ ਖਬਰ ਆਈ। ਜਦੋਂ ਆਪਾਂ ਉਹਨਾਂ ਪਰਿਵਾਰਾਂ ਦਾ ਇੰਟਰਵਿਊ ਕੀਤਾ, ਉਹਨਾਂ ਨੇ ਸਿੱਧਾ ਆਰੋਪ ਲਾਇਆ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਚੁਣ ਕੇ ਸਿੱਖਾਂ ਨੂੰ ਮਾਰ ਰਹੀ ਹੈਗੀ ਹੈ। ਪਵਨ ਇਲਾਵਤ ਨਾਮ ਲਿੱਤਾ ਗਿਆ ਜੇਲਰ ਦਾ, ਕਿ ਉਹਨਾਂ ਨੇ ਟਾਰਚਰ ਕਰਕੇ ਮਾਰਿਆ ਹੈਗਾ। ਹੁਣ ਪੰਜਾਬ ਦੇ ਕਿਸਾਨਾਂ ਦਾ ਮੋਰਚਾ ਖਤਮ ਹੋ ਚੁੱਕਾ ਹੈ, ਤੁਹਾਨੂੰ ਲੱਗਦਾ ਹੈਗਾ ਕਿ ਇਸ ਤਰੀਕੇ ਨਾਲ ਤਿਹਾੜ ਜੇਲ੍ਹ 'ਚ ਲਗਾਤਾਰ ਸਿੱਖਾਂ ਦੇ ਮੌਤ ਹੋਣਾ, ਪਰਿਵਾਰ ਤੇ ਕਤਲ ਕਹਿ ਰਿਹਾ ਹੈਗਾ, ਇਸ ਤਰੀਕੇ ਦੇ ਨਾਲ ਕੀ ਹਾਲਾਤ ਬਣਨਗੇ ਸਿੱਖਾਂ ਦੇ? ਦੇਖੋ, ਮੈਂ ਇਸ ਬਾਰੇ ਕੋਈ ਕਮੈਂਟਸ ਨਹੀਂ ਦੇ ਸਕਦਾ, ਕਿਉਂਕਿ ਨਾ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੈ, ਕਿਉਂਕਿ ਮਗਰ ਮੈਂ ਇਹ ਗੱਲ ਜ਼ਰੂਰ ਜਾਣਦਾ ਵਾਂ ਕਿ ਜਿਹੜੇ ਵੀ ਲੋਕਾਂ ਦੇ ਉੱਥੇ ਕਤਲ ਹੋਏ ਨੇ, ਜਾਂ ਜਿਹੜੇ ਬੰਦੇ ਤਿਹਾੜ ਜੇਲ੍ਹਾਂ 'ਚ ਬੈਠੇ ਨੇ, ਜੇਲ੍ਹਾਂ ਦੇ ਵਿੱਚ, ਉਹ ਕਿਸੇ ਨਾ ਕਿਸੇ ਛੋਟੇ ਜ਼ੁਲਮਾਂ ਦੇ ਨਾਲ ਨੇ, ਜਿਹੜਿਆਂ ਦੀ ਆਪਣੀਆਂ ਰੰਜਿਸ਼ਾਂ ਹੁੰਦੀਆਂ ਨੇ, ਜਾਂ ਆਪਣੇ ਕੋਈ ਗੁਨਾਹ ਕੀਤੇ ਹੁੰਦੇ ਨੇ। ਕੋਈ ਪੋਲੀਟੀਕਲ ਬੰਦੇ ਦੀ ਉਸ 'ਤੇ ਨਹੀਂ ਹੋਈ, ਕੋਈ ਕੌਮ ਦੀ ਸਰਦਾਰੀ, ਕੋਈ ਕੌਮ ਦੀ ਉੱਥੇ ਲੜਾਈ ਲੜ ਰਿਹਾ ਹੋਏ, ਜਿੱਦਾਂ ਉੱਥੇ ਹਵਾਰਾ ਸਾਹਿਬ ਹੈਗੇ ਨੇ, ਜਾਂ ਹੋਰ ਜਿਹੜੇ ਲੋਕ ਹੈਗੇ ਨੇ, ਉਹੋ ਜਿਹੇ ਬੰਦਿਆਂ 'ਤੇ ਕੋਈ ਹਮਲਾ ਨਹੀਂ ਹੋਇਆ। ਸੋ ਇਹ ਧਾਰਮਿਕ ਇਹਨੂੰ ਇਸ਼ੂ ਨਾ ਦੇ ਕੇ, ਇੱਦਾਂ ਦੀ ਆਪਣੀ ਕਿਸੇ ਦੀ ਨਿੱਜੀ ਲੜਾਈ ਜ਼ਰੂਰ ਹੋ ਸਕਦੀ ਹੈ, ਮਗਰ ਮੈਂ ਉਹਦੇ ਬਾਰੇ ਵੀ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਇਹਦੀ ਪੂਰੀ ਜਾਣਕਾਰੀ ਮੇਰੇ ਕੋਲ ਨਹੀਂ ਹੈ। ਬੰਦੀ ਸਿੰਘਾਂ ਦੇ ਲਈ ਜਿਵੇਂ ਭਾਈ ਜਗਤਾਰ ਸਿੰਘ ਦੀ ਗੱਲ, ਜਥੇਦਾਰ ਸਾਹਿਬ ਦੀ ਗੱਲ ਕੀਤੀ, ਹੋਰ ਜਿਹੜੇ ਬੰਦੀ ਸਿੰਘ ਤਿਹਾੜ ਜੇਲ੍ਹ ਦੇ ਅੰਦਰ ਕੈਦ ਹੈਗੇ ਨੇ, ਉਹਨਾਂ ਦੇ ਲਈ ਦਿੱਲੀ ਦੇ ਅੰਦਰ ਨਿਰੋਲ ਧਾਰਮਿਕ ਸੋਚ ਵਾਲੇ ਕੁਝ ਲੋਕਾਂ ਨੇ ਬੰਦੀ ਸਿੰਘ ਰਿਹਾਈ ਮੋਰਚਾ ਬਣਾਇਆ ਹੈਗਾ, ਔਰ ਉਮੀਦ ਹੈ ਬੜੀ ਜਲਦੀ ਉਹ ਤੁਹਾਡੇ ਤੱਕ ਪਹੁੰਚ ਵੀ ਕਰਨਗੇ, ਮਿਲਣਗੇ। ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਦੇ ਉੱਤੇ ਉਹਨਾਂ ਦੇ ਨਾਲ ਖੜੀ ਹੋਈ? ਨਹੀਂ, ਬਿਲਕੁਲ, ਕੌਮ ਦੀ ਹਰ ਲੜਾਈ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ, ਮੈਂ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਹਰ ਉਸ ਬੰਦੇ ਦੇ ਨਾਲ ਖੜਾ ਵਾਂ ਜਿਹੜਾ ਕੌਮ ਦੇ ਲਈ ਕੋਈ ਵਧੀਆ ਕੰਮ ਕਰਨਾ ਚਾਹੁੰਦਾ, ਔਰ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਹੋ ਚੁੱਕੇ ਨੇ, ਜਿਹੜੀਆਂ ਦੀ ਰਿਹਾਈਆਂ ਵਾਸਤੇ ਜਥੇਬੰਦੀ ਬਣ ਰਹੀ ਹੈ, ਬਹੁਤ ਵਧੀਆ ਉਪਰਾਲਾ ਹੈ, ਕਿਉਂਕਿ ਕਈ ਇਹੋ ਜਿਹੇ ਕੰਮ ਹੁੰਦੇ ਨੇ ਇੱਕ ਮੈਨੇਜਮੈਂਟ ਨੂੰ ਚਲਾਉਂਦੇ, ਜਿਸ ਤਰ੍ਹਾਂ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਕੰਮ ਸੰਭਾਲ ਰਹੇ ਹਾਂ। ਪਿਛਲੇ 2 ਸਾਲਾਂ ਦੇ ਵਿੱਚ ਲਗਾਤਾਰ ਕੋਵਿਡ ਦੀ ਮਾਰ ਪੈਣ ਕਰਕੇ, ਹੋਰ ਜਿਹੜੀਆਂ ਪ੍ਰੋਬਲਮਸ ਆਈਆਂ, ਡਿਵੈਲਪਮੈਂਟ ਵਾਸਤੇ, ਸਕੂਲਾਂ ਦੇ ਚੈਲੰਜਸ ਸਾਹਮਣੇ ਆਉਣ ਕਰਕੇ, ਕਈ ਇਹੋ ਜਿਹੇ ਇਸ਼ੂ ਸਾਡੇ ਕੋਲੋਂ ਪੈਂਡਿੰਗ ਰਹਿ ਜਾਂਦੇ ਨੇ, ਜਿਹੜੇ ਅਸੀਂ ਚਾਹੁੰਦੇ ਹੋਏ ਵੀ ਨਹੀਂ ਕਰ ਪਾਉਂਦੇ। ਇਹੋ ਜਿਹੀਆਂ ਸੰਸਥਾਵਾਂ ਅੱਗੇ ਲੱਗਣਗੀਆਂ, ਸਾਨੂੰ ਖੁਸ਼ੀ ਹੈ, ਔਰ 100% ਕੋਆਪਰੇਸ਼ਨ ਬਤੌਰ ਹਰਮੀਤ ਸਿੰਘ ਗੁਰੂ ਕਾ ਸਿੱਖ ਉਹਨਾਂ ਨੂੰ ਜ਼ਰੂਰ ਦੇਗਾ।
ਇੱਕ ਅਕੇਲਾ ਸਵਾਲ ਮਨਜਿੰਦਰ ਸਿੰਘ ਸਿਰਸਾ ਦੇ ਜਾਣ ਦੇ ਨਾਲ ਹੁਣ ਪ੍ਰਧਾਨ ਦੀ ਕੁਰਸੀ ਖਾਲੀ ਹੈ, ਨਵੀਂ ਕਮੇਟੀ ਦਾ ਗਠਨ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਕਿੰਨੇ ਸਮੇਂ ਤੱਕ ਨਵੀਂ ਕਮੇਟੀ ਦਾ ਗਠਨ ਹੋ ਜਾਏਗਾ? ਦੇਖੋ ਇਹਦੇ ਵਿੱਚ 2-3 ਲੀਗਲ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਇਸ਼ੂਜ਼ ਚੱਲ ਪਏ ਸੀ, ਜਿਹੜੀ ਡਰਾਲ ਨਿਕਲਿਆ ਸੀ ਲੋਟਰੀ ਦਾ, ਉਹਦੇ ਮੈਂਬਰਸ ਨੂੰ ਲੈ ਕੇ ਜਿਹੜੀ 13 ਜਨਵਰੀ ਦੀ ਡੇਟ ਪਈ ਹੋਈ ਹੈ। ਅਸੀਂ ਡਾਇਰੈਕਟਰ ਸਾਹਿਬ ਨੂੰ ਅਪਰੋਚ ਵੀ ਕਰ ਰਹੇ ਹਾਂ ਕਿ ਇਹਦਾ ਫੈਸਲਾ ਜਿਹੜੇ ਉਹਨਾਂ ਬੰਦਿਆਂ ਦਾ ਹੱਕ ਬੰਦਾ ਸੀ ਉਹਨਾਂ ਨੂੰ ਦਿੱਤਾ ਜਾਏ ਔਰ ਇਸ ਕੋਰਟ ਤੋਂ ਆਪਣੇ ਕੇਸ ਵਾਪਸ ਲਏ ਜਾਣ। ਸੋ ਇਸ ਗੱਲ ਦੇ ਉੱਤੇ ਅਸੀਂ ਪੂਰੀ ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹਾਊਸ ਬਣਾਇਆ ਜਾਏ ਔਰ ਇੱਥੇ ਜਿਸ ਬੰਦੇ ਨੂੰ ਵੀ ਸੇਵਾ ਕੌਮ ਨੇ ਦੇਣੀ ਹੈ, ਜਿਸ ਬੰਦੇ ਨੂੰ ਵੀ ਪਾਰਟੀ ਨੇ ਚੁਣ ਕੇ ਭੇਜਣਾ ਹੈ, ਉਹ ਸੇਵਾ ਉਹਨੂੰ ਮਿਲ ਸਕੇ, ਚਾਹੇ ਉਹ ਪ੍ਰਧਾਨਗੀ ਦੀ ਹੈ, ਭਾਵੇਂ ਜਨਰਲ ਸਕੱਤਰ ਦੀ ਹੈ, ਸਾਰੇ ਆਫਿਸ ਬੇਅਰਰਸ ਦੀ। ਸੰਗਾ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੈਗਾ, ਜਿੰਨੇ ਵੀ ਸਾਡੇ ਪੰਥਕ ਮਸਲੇ ਸਨ ਉਹ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਉਚੇਚਾ ਸਰਦਾਰ ਹਰਮੀਤ ਸਿੰਘ ਤੱਕ ਪਹੁੰਚੇ। ਆਉਣ ਵਾਲੇ ਸਮੇਂ 'ਚ ਹੋਰ ਖਬਰਾਂ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਸਰਦਾਰ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।